किसानी की गल हर एक पक्ष तो करता साडियां गड्डियां ते हुण तक स्टिकर लगे किसानी दे ते जद तक असीं जितदे नहीं उदों तक झंडे ते स्टिकर लगे रहणगे। इन्हां कोले एक भी ये राइट नहीं हैगा कि ये साडे झंडे नूं इत्थे लुहा देण ते कार ते जिहड़ा झंडा लग्गिआ उहनूं एंट्री ना देण। इन्हां ने इस वीर दा दुकान तो पहलां दुकान खोलण तो मना कीता कि जे झंडा लाओगे असीं खोलण नहीं देवांगे। ਇਹਨੇ ਵੀਰ ਨੇ ਮੈਨੂੰ ਹੋਰ ਵੀ ਦੱਸਿਆ ਵੀ ਹੋਰ ਵੀ ਇੱਥੇ ਕਿਸਾਨੀ ਸਪੋਰਟ ਕਰਨ ਲਈ 4-5 ਦੁਕਾਨਾਂ ਸਰਦਾਰਾਂ ਦੀਆਂ ਹੋਰ ਸੀ ਜਿਹੜੀਆਂ ਕਿ ਇਹਨਾਂ ਨੇ ਬੰਦ ਕਰਵਾਤੀਆਂ। ਉਹਨਾਂ ਨੂੰ ਟੌਰਚਰ ਕਰਦੇ ਰਹੇ, ਤੰਗ ਪਰੇਸ਼ਾਨ ਕਰਦੇ ਰਹੇ। ਚਲੋ ਵਿਚਾਰੇ ਹਰ ਇੱਕ ਬੰਦਾ ਨਹੀਂ ਅੱਗੇ ਆਉਂਦਾ, ਹਰ ਇੱਕ ਬੰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਪੋਰਟ ਨਹੀਂ ਕਰਦਾ। ਉਹ ਆਪਦੀਆਂ ਦੁਕਾਨਾਂ ਜਿਹੜੀਆਂ ਬੰਦ ਕਰਕੇ ਚਲੇ ਗਏ, ਪਰ ਵੀਰ ਨੇ ਨਾਲ ਨਾਲ ਆਪਣੇ ਰੁਜ਼ਗਾਰ ਦੇ ਕਿਸਾਨੀ ਦੀ ਜੰਗ ਹੈ ਜਿਹੜੀ ਉਹ ਜਾਰੀ ਰੱਖੀ ਤੇ ਝੰਡਾ ਲਾ ਕੇ ਕਿਹਾ ਕਿ ਮੈਂ ਇੱਥੇ ਆਪਦਾ ਕੰਮ ਵੀ ਜਾਰੀ ਰੱਖੂੰਗਾ ਤੇ ਝੰਡਾ ਵੀ ਲਾ ਕੇ ਰੱਖੂੰਗਾ। ਆਉਣ ਵਾਲੇ ਦਿਨਾਂ 'ਚ ਕਿੰਤੂ ਪਰੰਤੂ ਕੀਤੀ ਤਾਂ ਇਹਦਾ ਵੱਡਾ ਖਮਿਆਜਾ ਜਿਹੜਾ ਇਸ ਮਾਲ ਨੂੰ ਭੁਗਤਣਾ ਪਊਗਾ। ਜੇ ਇਹ ਇੱਥੇ ਝੰਡਾ ਨਹੀਂ ਲਾਉਣ ਦੇਣਗੇ ਤਾਂ ਅਸੀਂ ਇਹਨਾਂ ਦੇ ਮੇਨ ਗੇਟ ਤੇ ਝੰਡੇ ਲਾ ਕੇ ਇੱਥੇ ਪੂਰਾ ਧਰਨਾ ਪ੍ਰਦਰਸ਼ਨ ਕਰਾਂਗੇ। ਹਰ ਇੱਕ ਜਥੇਬੰਦੀ ਹੈ ਜਿਹੜੀ ਉਹ ਸਾਡੇ ਨਾਲ ਹੈ। ਪੰਜਾਬ ਦੀ ਨੌਜਵਾਨੀ ਮਿੰਟ 5 ਲੱਗਣਗੇ ਇਸ ਮਾਲ ਦੇ ਬਾਹਰ। ਆਲੇ ਦਾਲੇ ਤੋਂ ਸਾਰੇ ਪਿੰਡ ਨੇ ਜਿਹੜੇ ਲਿਆ ਕੇ ਟਰੈਕਟਰ ਜਦੋਂ ਮਾਲ ਦੇ ਬਾਹਰ ਲਾਤੇ ਤਾਂ ਫਿਰ ਸਾਨੂੰ ਨਾ ਕਿਹੋ ਕਿ ਕਿਸਾਨ ਨੇ ਜਿਹੜੇ ਸਾਡਾ ਰੁਜ਼ਗਾਰ ਨਹੀਂ ਚੱਲਣ ਦੇ ਰਹੇ। ਅਸੀਂ ਆਪਦੀ ਗੱਲ ਹੈ ਜਿਹੜੀ ਸਾਨੂੰ ਸੰਵਿਧਾਨਕ ਹੱਕ ਹੈ ਝੰਡਾ ਲਾਉਣਾ, ਅਸੀਂ ਕਿਤੇ ਵੀ ਲਾ ਸਕਦੇ ਹਾਂ। ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੀ ਅਰਥ ਵਿਵਸਥਾ ਹੈ, ਨੌਜਵਾਨ ਜਿਹੜੇ ਹਿਸਾਬ ਨਾਲ ਪ੍ਰਵਾਸ ਕਰ ਰਹੇ ਆ, ਜਿਹੜੇ ਹਿਸਾਬ ਨਾਲ ਇੱਥੇ ਆਪਾਂ ਕਹਿੰਦੇ ਆ ਰੁਜ਼ਗਾਰ ਪੈਦਾ ਨਹੀਂ ਹੁੰਦਾ, ਰੁਜ਼ਗਾਰ ਨਹੀਂ ਮਿਲਦਾ, ਕੈਨੇਡਾ ਚਲੋ, ਅਮਰੀਕਾ ਚਲੋ, ਇਹਨਾਂ ਵੀਰਾਂ ਨੇ ਪਹਿਲੀ ਹਿੰਮਤ ਤਾਂ ਇਹ ਕੀਤੀ ਕਿ ਇਹ ਪੰਜਾਬ ਦੇ ਵਿੱਚ ਹੀ ਆਪਦਾ ਰੁਜ਼ਗਾਰ ਕਰ ਰਹੇ ਆ। ਜੇ ਬਾਈ ਦੀ ਇਹ ਸ਼ੌਪ ਹੈ ਤਾਂ 2-4 ਬੰਦੇ ਇੱਥੇ ਕੰਮ ਵੀ ਕਰਦੇ ਹੋਣਗੇ। ਤਾਂ ਇਹ ਇੱਕ ਵੱਡਾ ਇੱਕ ਸ਼ਲਾਘਾਯੋਗ ਕਦਮ ਹੈ ਕਿ ਨੌਜਵਾਨੀ ਹੈ ਜਿਹੜੀ ਉਹ ਕੰਮ ਵੱਲ ਮੁੜਦੀ ਹੈ। ਦੂਜੀ ਗੱਲ ਜਿਹੜਾ ਸਭ ਤੋਂ ਮੇਨ ਮੁੱਦਾ ਹੈ ਕਿ ਕਿਸਾਨੀ ਸੰਘਰਸ਼ ਹੈ ਜਿਹੜਾ ਪੂਰਾ ਪੰਜਾਬ, ਚਾਹੇ ਕੋਈ ਉਹ 'ਚ ਜੱਜ ਹੈ, ਚਾਹੇ ਕੋਈ ਵਕੀਲ ਹੈ, ਚਾਹੇ ਕੋਈ ਸਮਾਜ ਸੇਵੀ ਹੈ, ਕਿਸਾਨੀ ਦੀ ਗੱਲ ਹਰ ਇੱਕ ਪੱਖ ਤੋਂ ਕਰਦਾ। ਸਾਡੀਆਂ ਗੱਡੀਆਂ ਤੇ ਹੁਣ ਤੱਕ ਸਟਿੱਕਰ ਲੱਗਿਆ ਕਿਸਾਨੀ ਦੇ ਤੇ ਜਦ ਤੱਕ ਅਸੀਂ ਜਿੱਤਦੇ ਨਹੀਂ ਉਦੋਂ ਤੱਕ ਝੰਡੇ ਤੇ ਸਟਿੱਕਰ ਲੱਗੇ ਰਹਿਣਗੇ। ਜੇ ਅੱਜ ਅਸੀਂ ਇੱਥੇ ਬਾਈ ਨਾਲ ਦੀ ਨਾਲ ਕੰਮ ਕਰ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਆਪਦਾ ਰੋਸ ਜ਼ਾਹਿਰ ਕਰ ਰਹੇ ਹਾਂ ਕਿ ਸਾਡੇ ਸੈਂਟਰ ਦੀ ਗੌਰਮੈਂਟ ਜਿਹੜੀ ਇਹ 3 ਕਾਲੇ ਕਾਨੂੰਨ ਲੈ ਕੇ ਆਈ ਆ ਰੱਦ ਨਹੀਂ ਕਰਦੀ ਤਾਂ ਰੱਦ ਹੋਣੇ ਚਾਹੀਦੇ, ਕਿਉਂਕਿ ਇਹ ਮਾਲ ਹੈ ਚੰਡੀਗੜ੍ਹ। ਇੱਥੇ ਚੰਡੀਗੜ੍ਹ ਦਾ ਇੱਕ ਵੱਡਾ ਮਾਲ ਹੈ, ਇੱਥੇ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ ਹੈ। ਜਦੋਂ ਇਸ ਝੰਡੇ ਵੱਲ ਦੇਖਦਾ ਤਾਂ ਉਹਨਾਂ ਨੂੰ ਲੱਗਦਾ ਕਿ ਯਾਰ ਕਿਸਾਨੀ ਲਹਿਰ ਹੈ ਜਿਹੜੀ ਉਹ ਸਰਗਰਮ ਹੈ, ਪੂਰੀ ਕਿਸਾਨੀ ਲਹਿਰ ਹੈ ਜਿਹੜੀ ਉਹ ਪੂਰੇ ਜੋਸ਼ 'ਚ ਹੈ। ਹਰ ਇੱਕ ਥਾਂ 'ਤੇ ਰੋਸ ਜਿਹੜਾ ਆਪਣਾ ਜ਼ਾਹਿਰ ਕੀਤਾ ਜਾਂਦਾ। ਤਾਂ ਪੰਜਾਬ ਦੀ ਧਰਤੀ 'ਤੇ ਇਹ ਮਾਲ ਬਣਿਆ ਤਾਂ ਇੱਥੇ ਜਿਹੜੀ ਵੀ ਇਹਨਾਂ ਦੀ ਸਿਕਿਉਰਿਟੀ ਹੈ, ਚਲੋ ਸਤਿਕਾਰਯੋਗ ਨੇ, ਸਾਡੇ ਜਿਹੜੇ ਕੰਮ ਕਰਦੇ ਆ ਸਾਰੇ ਸਤਿਕਾਰਯੋਗ ਹੈ, ਪਰ ਇਹਨਾਂ ਕੋਲੇ ਇੱਕ ਵੀ ਇਹ ਰਾਈਟ ਨਹੀਂ ਹੈਗਾ ਕਿ ਇਹ ਸਾਡੇ ਝੰਡੇ ਨੂੰ ਇੱਥੇ ਲੁਹਾ ਦੇਣ ਤੇ ਕਾਰ ਤੇ ਜਿਹੜਾ ਝੰਡਾ ਲੱਗਿਆ ਉਹਨੂੰ ਐਂਟਰੀ ਨਾ ਦੇਣ। ਇਹਨਾਂ ਨੇ ਇਸ ਵੀਰ ਦਾ ਦੁਕਾਨ ਤੋਂ ਪਹਿਲਾਂ ਦੁਕਾਨ ਖੋਲ੍ਹਣ ਤੋਂ ਮਨਾ ਕੀਤਾ ਕਿ ਜੇ ਝੰਡਾ ਲਾਓਗੇ ਅਸੀਂ ਖੋਲ੍ਹਣ ਨਹੀਂ ਦੇਵਾਂਗੇ। ਇਹਨੇ ਵੀਰ ਨੇ ਮੈਨੂੰ ਹੋਰ ਵੀ ਦੱਸਿਆ ਵੀ ਹੋਰ ਵੀ ਇੱਥੇ ਕਿਸਾਨੀ ਸਪੋਰਟ ਕਰਨ ਲਈ 4-5 ਦੁਕਾਨਾਂ ਸਰਦਾਰਾਂ ਦੀਆਂ ਹੋਰ ਸੀ ਜਿਹੜੀਆਂ ਕਿ ਇਹਨਾਂ ਨੇ ਬੰਦ ਕਰਵਾਤੀਆਂ। ਉਹਨਾਂ ਨੂੰ ਟੌਰਚਰ ਕਰਦੇ ਰਹੇ, ਤੰਗ ਪਰੇਸ਼ਾਨ ਕਰਦੇ ਰਹੇ। ਚਲੋ ਵਿਚਾਰੇ ਹਰ ਇੱਕ ਬੰਦਾ ਨਹੀਂ ਅੱਗੇ ਆਉਂਦਾ, ਹਰ ਇੱਕ ਬੰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਪੋਰਟ ਨਹੀਂ ਕਰਦਾ। ਉਹ ਆਪਦੀਆਂ ਦੁਕਾਨਾਂ ਜਿਹੜੀਆਂ ਬੰਦ ਕਰਕੇ ਚਲੇ ਗਏ, ਪਰ ਵੀਰ ਨੇ ਨਾਲ ਨਾਲ ਆਪਣੇ ਰੁਜ਼ਗਾਰ ਦੇ ਕਿਸਾਨੀ ਦੀ ਜੰਗ ਹੈ ਜਿਹੜੀ ਉਹ ਜਾਰੀ ਰੱਖੀ ਤੇ ਝੰਡਾ ਲਾ ਕੇ ਕਿਹਾ ਕਿ ਮੈਂ ਇੱਥੇ ਆਪਦਾ ਕੰਮ ਵੀ ਜਾਰੀ ਰੱਖੂੰਗਾ ਤੇ ਝੰਡਾ ਵੀ ਲਾ ਕੇ ਰੱਖੂੰਗਾ। ਇਹਨਾਂ ਦੇ ਜਿਹੜੇ ਮੈਨੇਜਰ ਸੀ ਉਹਨਾਂ ਨੇ ਕਿੰਤੂ ਪਰੰਤੂ ਕੀਤੀ। ਅੱਜ ਕਿਸਾਨੀ ਦੀ ਜਿਹੜੀ ਲਹਿਰ ਹੈ ਪੰਜਾਬ 'ਚ ਉਸ ਲੈਵਲ 'ਤੇ ਉੱਠ ਚੁੱਕੀ ਹੈ। ਮੈਂ ਤਾਂ ਮੰਨਦਾ ਕਿ ਮੇਰੇ ਆਉਣ ਤੋਂ ਪਹਿਲਾਂ ਇਹ ਜਿਹੜਾ ਮਸਲਾ ਸੋਲਵ ਆਊਟ ਹੋ ਗਿਆ ਸੀ, ਪਰ ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਆ ਲੋਕ, ਇਸ ਮਾਲ ਦੇ ਬਾਹਰ ਗੱਡੀਆਂ, ਕਾਰਾਂ, 3-4 ਕਾਰਾਂ ਤਾਂ ਜਿਹੜੇ ਘੱਟੋ ਘੱਟ 10-10, 20 ਮੁੰਡੇ ਮੈਨੂੰ ਜਾਂਦੇ ਮਿਲੇ ਆ ਜਿਹੜੇ ਵਾਪਸ ਜਾ ਰਹੇ ਆ, ਕਿਉਂਕਿ ਆਲਰੇਡੀ ਇਹ ਸਿਸਟਮ ਹੱਲ ਹੋ ਗਿਆ। ਪਰ ਫਿਰ ਵੀ ਸਾਡੀ ਜਿਹੜੇ ਮਾਲ ਵਾਲੇ ਮੈਨੇਜਰ ਨੇ, ਸਿਕਿਉਰਿਟੀ ਮੈਨੇਜਰ ਨੇ, ਚਾਹੇ ਇਸ ਮਾਲ ਨੂੰ ਮੈਨੇਜ ਕਰਦੇ ਆ, ਮੈਂ ਉਹਨਾਂ ਨੂੰ ਬੇਨਤੀ ਕਰਨਾ ਆ ਕਿ ਜਾਂ ਤਾਂ ਤੁਸੀਂ ਕੋਈ ਸਾਨੂੰ ਕਾਗਜ਼ ਪੱਤਰ ਦਿਖਾ ਦਿਓ ਜਿਹਦੇ 'ਚ ਇਹ ਲਿਖਿਆ ਹੈ ਕਿ ਮਾਲ 'ਚ ਤੁਸੀਂ ਝੰਡਾ ਨਹੀਂ ਲਾ ਸਕਦੇ, ਗੱਡੀ ਲੈ ਕੇ ਨਹੀਂ ਆ ਸਕਦੇ। ਫਿਰ ਤਾਂ ਅਸੀਂ ਉਹਨਾਂ ਨੂੰ ਜਥੇਬੰਦੀਆਂ ਕੋਲ ਜਾ ਕੇ ਰੱਖਾਂਗੇ ਕਿ ਪੰਜਾਬ ਦੀ ਧਰਤੀ ਹੈ ਜਿੱਥੋਂ ਇਹ ਸੰਘਰਸ਼ ਸ਼ੁਰੂ ਹੋਇਆ। ਜਾਂ ਫਿਰ ਤੁਸੀਂ ਸਾਨੂੰ ਰੋਕੋ ਨਾ, ਅਸੀਂ ਆਪਦੇ ਘਰਾਂ 'ਤੇ ਝੰਡੇ ਲਾਏ ਹੋਏ ਆ, ਘਰਾਂ 'ਤੇ ਝੰਡੇ ਲਾਏ ਹੋਏ ਆ। ਅੱਜ ਨੌਜਵਾਨ ਗਲਾਂ 'ਚ ਪਰਨੇ ਕਿਸਾਨੀ ਵਾਲੇ ਪਾ ਕੇ ਨਿਕਲਦੇ ਆ, ਤਾਂ ਇਹ ਤਾਂ ਫਿਰ ਸਾਡਾ ਰੁਜ਼ਗਾਰ ਹੈ, ਤੁਸੀਂ ਕਿਵੇਂ ਰੋਕ ਲਓਗੇ ਸਾਨੂੰ? ਸੋ ਅਸੀਂ ਇਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਅੱਗੇ ਵਾਸਤੇ ਇਸ ਮਾਲ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਨੇ, ਕੋਈ ਵੀ ਬੰਦਾ ਕਿਤੇ ਵੀ ਝੰਡਾ ਲਾਵੇ, ਕਿਤੇ ਵੀ ਕਿਸਾਨੀ ਦੀ ਗੱਲ ਕਰੇ, ਤੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਕਿਉਂਕਿ ਦੇਖੋ ਇਸ ਮਾਲ 'ਚ ਬੜੀਆਂ ਦੁਕਾਨਾਂ ਨੇ, ਜਿਵੇਂ ਕਿ ਤੁਸੀਂ ਮੰਨ ਲਓ ਕਿ ਕਿਸਾਨੀ ਝੰਡਿਆਂ ਦੀਆਂ, ਕਿਸਾਨੀ ਦੇ ਸਿੰਬੋਲਿਕ ਚਿੰਨ੍ਹ ਨੇ ਜਿਹੜੇ ਉਹ ਵੀ ਵੇਚ ਹੀ ਰਹੇ ਆ ਨਾ ਇੱਥੇ ਰੱਖ ਕੇ, ਤਾਂ ਝੰਡਾ ਬਾਹਰ ਕਿਉਂ ਨਹੀਂ ਲਾ ਸਕਦੇ?
ਸੋ ਇਸ ਵੀਰ ਨੇ ਹਿੰਮਤ ਕੀਤੀ। ਪਹਿਲਾਂ ਤਾਂ ਮੈਂ ਇਹਦਾ ਧੰਨਵਾਦ ਕਰਦਾ ਕਿ ਇਹਨੇ ਆਵਾਜ਼ ਬੁਲੰਦ ਕੀਤੀ। ਫਿਰ ਉਸ ਤੋਂ ਬਾਅਦ ਜਿੰਨੇ ਵੀ ਸੱਜਣ ਇੱਥੇ ਕਿਸਾਨ ਭਰਾ ਸਾਡੇ ਨੌਜਵਾਨ ਪਹੁੰਚੇ ਆ, ਰਾਜ ਜੀ ਆ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਕੰਮ ਕਰ ਰਹੇ ਆ, ਪ੍ਰਤੀਕ ਹੈ ਲਗਾਤਾਰ ਚੜੂਨੀ ਸਾਹਿਬ ਦੀ ਜਥੇਬੰਦੀ ਤੋਂ ਵੀ ਇੱਥੇ ਨੌਜਵਾਨ ਪਹੁੰਚੇ ਆ। ਤਾਂ ਸਾਰਾ ਅੱਜ ਪੰਜਾਬ ਇੱਕ ਏਕੇ ਦਾ ਸੰਕੇਤ ਦਿੰਦਾ ਕਿ ਕਿਸਾਨੀ ਦੇ ਨਾਂ 'ਤੇ ਤੁਸੀਂ ਜਿੱਥੇ ਵੀ ਜਦੋਜਹਿਦ ਸਾਡੇ ਨਾਲ ਕਰੋਗੇ ਤਾਂ ਸਾਰਾ ਪੰਜਾਬ ਇੱਕ ਹੈ। ਜੇ ਇਹਨਾਂ ਨੇ ਫਿਰ ਵੀ ਕੋਈ ਆਉਣ ਵਾਲੇ ਦਿਨਾਂ 'ਚ ਕਿੰਤੂ ਪਰੰਤੂ ਕੀਤੀ ਤਾਂ ਇਹਦਾ ਵੱਡਾ ਖਮਿਆਜਾ ਜਿਹੜਾ ਇਸ ਮੌਲ ਨੂੰ ਭੁਗਤਣਾ ਪਊਗਾ। ਜੇ ਇਹ ਇੱਥੇ ਝੰਡਾ ਨਹੀਂ ਲਾਉਣ ਦੇਣਗੇ ਤਾਂ ਅਸੀਂ ਇਹਨਾਂ ਦੇ ਮੇਨ ਗੇਟ ਤੇ ਝੰਡੇ ਲਾ ਕੇ ਇੱਥੇ ਪੂਰਾ ਧਰਨਾ ਪ੍ਰਦਰਸ਼ਨ ਕਰਾਂਗੇ। ਹਰ ਇੱਕ ਜਥੇਬੰਦੀ ਹੈ ਜਿਹੜੀ ਉਹ ਸਾਡੇ ਨਾਲ ਹੈ। ਪੰਜਾਬ ਦੀ ਨੌਜਵਾਨੀ ਮਿੰਟ 5 ਲੱਗਣਗੇ ਇਸ ਮੌਲ ਦੇ ਬਾਹਰ। ਆਲੇ ਦਾਲੇ ਤੋਂ ਸਾਰੇ ਪਿੰਡ ਨੇ ਜਿਹੜੇ ਲਿਆ ਕੇ ਟਰੈਕਟਰ ਜਦੋਂ ਮੌਲ ਦੇ ਬਾਹਰ ਲਾਤੇ ਤਾਂ ਫਿਰ ਸਾਨੂੰ ਨਾ ਕਿਹੋ ਕਿ ਕਿਸਾਨ ਨੇ ਜਿਹੜੇ ਸਾਡਾ ਰੁਜ਼ਗਾਰ ਨਹੀਂ ਚੱਲਣ ਦੇ ਰਹੇ। ਅਸੀਂ ਆਪਦੀ ਗੱਲ ਹੈ ਜਿਹੜੀ ਸਾਨੂੰ ਸੰਵਿਧਾਨਕ ਹੱਕ ਹੈ ਝੰਡਾ ਲਾਉਣਾ, ਅਸੀਂ ਕਿਤੇ ਵੀ ਲਾ ਸਕਦੇ ਹਾਂ। ਅੱਜ ਇਹਨਾਂ ਵੀਰਾਂ ਨੇ ਵੀ ਦਿਖਾਓ, ਕੈਮਰੇ ਵਾਲੇ ਵੀਰ ਨੂੰ ਮੈਂ ਕਹਿੰਦਾ ਝੰਡੀਆਂ ਚੱਕੀਆਂ ਨੇ ਸਾਰੇ। ਅੱਜ ਕਿਸਾਨੀ ਦਾ ਜਿਹੜਾ 3 ਕਾਲੇ ਕਾਨੂੰਨ ਦਾ ਰੋਸ ਜ਼ਾਹਿਰ ਕਰਨ ਦਾ ਤਰੀਕਾ, ਹਰ ਇੱਕ ਬੰਦਾ ਦਿੱਲੀ ਧਰਨੇ ਤੇ ਵੀ ਜਾਂਦੇ ਆ ਨੌਜਵਾਨ, ਇਹੀ ਨੌਜਵਾਨ ਇੱਥੇ ਵੀ ਆਪਦੀਆਂ ਕਾਰਾਂ ਤੇ ਝੰਡੇ ਲਾਏ ਹੋਏ ਆ, ਸਟicker ਲਾਏ ਹੋਏ ਆ। ਕੋਈ ਰੋਕ ਥੋੜੀ ਹੈ ਸਾਨੂੰ, ਅਸੀਂ ਜਦੋਂ ਜਿੱਥੇ ਮਰਜ਼ੀ ਜਾਈਏ ਝੰਡਾ ਲਾ ਕੇ। ਸੋ ਇਸ ਮਾਲ ਦੇ ਜਿਹੜੇ ਮੈਨੇਜਰ ਹੈ ਜਾਂ ਜੋ ਵੀ ਇਸ ਮਾਲ ਨੂੰ ਮੈਨੇਜ ਕਰਦੇ ਆ, ਜੋ ਵੀ ਇਹਨਾਂ ਦੇ ਮਾਲਕ ਹੈ, ਤਾਂ ਮੈਂ ਕਹਿਣਾ ਚਾਹੁੰਦਾ ਕਿ ਐਤਕੀ ਤਾਂ ਚਲੋ ਇਹ ਮੈਨੇਜ ਹੋ ਗਿਆ, ਗਾਂ ਦੀ ਵਾਰ ਨੂੰ ਤੁਸੀਂ ਸਾਨੂੰ ਮੌਕਾ ਨਾ ਦਿਓ, ਨਹੀਂ ਅਸੀਂ ਇਹ ਮਾਲ ਦੇ ਬਾਹਰ ਲਿਆ ਕੇ 1000 ਬੰਦਾ 2000 ਬੰਦਾ ਬਿਠਾ ਦਾਂਗੇ, ਟਰੈਕਟਰ ਲਾ ਦਾਂਗੇ, ਫਿਰ ਉਹਦਾ ਖਮਿਆਜਾ ਜਿਹੜਾ ਤੁਹਾਨੂੰ ਵੱਡੇ ਪੱਧਰ ਤੇ ਭੁਗਤਣਾ ਪਊਗਾ। ਜੈਸੇ ਬਈ ਜਿਵੇਂ ਲਹਿਰ ਚੱਲੀ ਸੀ, ਰਿਲਾਇੰਸ ਦੇ ਮਾਲ ਬੰਦ ਕੀਤੇ ਗਏ ਸੀ ਕਿਸਾਨਾਂ ਨੇ ਹਰ ਇੱਕ ਪਿੰਡ 'ਚ ਜੀ, ਇੱਥੇ ਵੀ ਹੋਇਆ ਸੀ। ਕਿਤੇ ਨਾ ਕਿਤੇ ਹੁਣ ਇਹਨਾਂ ਨਾਲ ਜੈਲਸੀ ਨਹੀਂ ਫੀਲ ਹੋਏਗੀ? ਪਹਿਲਾਂ ਝੰਡਾ ਲਾਇਆ ਸੀ, ਹੁਣ ਫਿਰ ਕਿਸਾਨੀ ਦਾ ਝੰਡਾ ਲਾ ਦਿੱਤਾ, ਇਹਨਾਂ ਨਾਲ ਵਿਤਕਰਾ ਕੀਤਾ ਜਾਏਗਾ? ਇਹ ਪੰਜਾਬ ਦੀ ਧਰਤੀ ਹੈ, ਇੱਥੋਂ ਕਿਸਾਨੀ ਦੀ ਲਹਿਰ ਉੱਠੀ ਹੈ, ਇੱਥੋਂ ਸੰਘਰਸ਼ ਉੱਠਿਆ। ਜੇ ਇੱਥੇ ਹੀ ਸਾਡੇ ਨਾਲ ਧੱਕਾ ਹੋ ਗਿਆ, ਅਸੀਂ ਤਾਂ ਦਿੱਲੀ 'ਚ ਬੈਠੇ ਆ ਬਾਰਡਰਾਂ ਤੇ ਕਿ ਸੈਂਟਰ ਦੀ ਸਰਕਾਰ ਹੈ ਜਿਹੜੀ ਸਾਡੀ ਗੱਲ ਨਹੀਂ ਸੁਣਦੀ, ਅਸੀਂ ਉਹਦੇ ਨਾਲ ਮੱਥਾ ਲਾਈ ਬੈਠੇ ਆ ਕਿ 3 ਕਾਲੇ ਕਾਨੂੰਨ ਰੱਦ ਕਰੋ। ਪੰਜਾਬ 'ਚ ਤੁਸੀਂ ਸਾਨੂੰ ਕਿਵੇਂ ਰੋਕ ਲਓਗੇ? ਇਹਨਾਂ ਕੋਲ ਕੀ ਰਾਈਟ ਹੈ ਵੀ ਇਹ ਇੱਥੇ ਝੰਡਾ ਲਾਉਣ ਤੋਂ ਰੋਕ ਲੈਣਗੇ ਸਾਨੂੰ? ਝੰਡਾ ਲਾਇਆ ਹਰ ਇੱਕ ਬੰਦਾ ਕਾਰ ਤੇ ਵੀ, ਪਹਿਲਾਂ ਵੀ ਮੈਂ ਕਹਿ ਚੁੱਕਿਆ, ਆਪਦੇ ਸਿੰਬੋਲਿਕ ਪਰਨੇ ਗਲਾਂ 'ਚ ਪਾਏ ਅਸੀਂ ਅੱਜ ਕਿਸਾਨੀ ਦੇ, ਤਾਂ ਝੰਡਾ ਤਾਂ ਸਾਡਾ ਸੰਵਿਧਾਨਕ ਹੱਕ ਹੈ, ਅਸੀਂ ਲਾ ਸਕਦੇ ਹਾਂ। ਰਹਿ ਗਈ ਗੱਲ ਜੇ ਇਸ ਵੀਰ ਨਾਲ ਕੋਈ ਵਧੀਕੀ ਕਰਨਗੇ ਤਾਂ ਉਹਦਾ ਜਿਹੜਾ ਖਮਿਆਜਾ ਇਹਨਾਂ ਨੂੰ ਫਿਰ ਫਰੰਟ ਗੇਟ ਤੇ ਭੁਗਤਣਾ ਪਊਗਾ। ਜਦੋਂ ਆਲੇ ਦਾਲੇ ਦੇ ਪਿੰਡਾਂ 'ਚੋਂ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ ਜਿਹੜੇ ਕਿਸਾਨ ਨੇ ਆਪਦੇ ਟਰੈਕਟਰ ਲਿਆ ਕੇ ਇਹਨੂੰ ਮਾਲ ਨੂੰ ਬੰਦ ਕਰਨਗੇ ਜੇ ਇਸ ਵੀਰ ਨਾਲ ਕੋਈ ਵੀ ਵਧੀਕੀ ਕਰਨਗੇ, ਕਿਉਂਕਿ ਇਹ ਵੀਰ ਇਸ ਮਾਲ ਦੇ ਵਿੱਚ ਨਾਲੇ ਆਪਦਾ, ਜਿਵੇਂ ਮੈਂ ਪਹਿਲਾਂ ਕਿਹਾ, ਰੁਜ਼ਗਾਰ ਵੀ ਚਲਾ ਰਿਹਾ ਤੇ ਨਾਲ ਦੀ ਨਾਲ ਕਿਸਾਨੀ ਦੀ ਜਿਹੜੀ ਆਵਾਜ਼ ਵੀ ਬੁਲੰਦ ਕਰ ਰਿਹਾ। ਰਿਲਾਇੰਸ ਵੀ, ਇਹਨਾਂ ਨੇ ਇੱਥੇ ਰਿਲਾਇੰਸ ਦਾ ਸਟੋਰ ਸੀ, ਦੇਖੋ ਸਾਡੇ ਸਭ ਤੋਂ ਵੱਡੇ ਦੁਸ਼ਮਣ, ਇਸ ਵੀਰ ਨੇ ਮੂਹਰੇ ਹੋ ਕੇ ਹਮਲਾ ਮਾਰਿਆ ਤੇ ਉਹ ਸਟੋਰ ਨੂੰ ਬੰਦ ਕਰਵਾਇਆ। ਹੋਰ ਵੀ ਆਲੇ ਦੁਆਲੇ ਪਿੰਡਾਂ ਦੇ ਕਿਸਾਨ ਭਰਾ ਸੀ ਜਿਨ੍ਹਾਂ ਨੇ ਬੰਦ ਕਰਾਇਆ। ਸਾਡੀ ਲੜਾਈ ਆ, ਸਾਡੀਆਂ ਜ਼ਮੀਨਾਂ ਦੇ ਉਹ ਹੱਕਦਾਰ ਬਣਦੇ ਆ, ਬਲਕਿ ਮਾਲਕ ਅਸੀਂ ਆ। ਸਾਡਿਆਂ ਬਜ਼ੁਰਗਾਂ ਨੇ ਮਿਹਨਤ ਕਰਕੇ ਜ਼ਮੀਨਾਂ ਨੂੰ ਉਪਜਾਊ ਕੀਤਾ, ਅੱਜ ਅਸੀਂ ਰਿਲਾਇੰਸ ਨੂੰ ਕਿਵੇਂ ਦੇ ਦਈਏ? ਸੋ ਇਹ ਜਿਹੜੀ ਲੜਾਈ ਹੈ, ਪਹਿਲਾਂ ਤਾਂ ਮੈਂ ਇਸ ਨੌਜਵਾਨ ਦੇ ਜਜ਼ਬੇ ਨੂੰ ਸਲਾਮ ਕਰਦਾ ਕਿ ਇਸ ਵੀਰ ਨੇ ਇੰਨੀ ਹਿੰਮਤ ਕੀਤੀ ਕਿ ਆਵਾਜ਼ ਬੁਲੰਦ ਕਰੀਏ, ਕਿਉਂਕਿ ਇਹ ਵੱਡੀਆਂ ਵੱਡੀਆਂ ਕਾਰਪੋਰੇਟ, ਇਹ ਵੀ ਕਾਰਪੋਰੇਟ 'ਚ ਹੀ ਆਉਂਦਾ ਜਿਹੜਾ ਮਾਲ ਹੈ, ਇਹ ਵੀ ਕਿਤੇ ਨਾ ਕਿਤੇ ਪਿੱਛੇ ਅੰਡਾਨੀਆਂ ਅੰਬਾਨੀਆਂ ਦੇ ਨਾਲ ਹੀ ਜੁੜਿਆ ਹੋਊਗਾ। ਪਰ ਫਿਰ ਵੀ ਅੱਜ ਲੋਕਾਂ ਦੀ ਤਾਕਤ ਕੀ ਹੈ ਕਿ ਇੱਕ ਵੀਰ ਨੇ ਆਵਾਜ਼ ਬੁਲੰਦ ਕੀਤੀ ਤੇ ਅੱਜ ਸਾਰਾ ਜਿਹੜਾ ਇਲਾਕਾ ਕਿਸਾਨੀ ਦੇ ਨਾਂ ਤੇ, ਜਿਹੜੇ ਇੱਥੇ ਮਾਲ 'ਚ ਵੀ ਆਏ ਹੋਣਗੇ ਨਾ ਬੰਦੇ ਪਿੰਡਾਂ ਵਾਲੇ, ਉਹ ਵੀ ਅੱਜ ਇੱਥੇ ਆ ਗਏ ਕਿ ਨਹੀਂ ਯਾਰ ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ, ਛੱਡੋ ਸ਼ਾਪਿੰਗ, ਅਸੀਂ ਪਹਿਲਾਂ ਇੱਥੇ ਆ ਕੇ ਖੜਾਂਗੇ ਬਾਈ ਕੋਲੇ। ਤਾਂ ਮੈਂ ਤਾਂ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਇਸ ਵੀਰ ਦੀ ਦੁਕਾਨ ਤੇ ਵੀ ਆਓ। ਕੋਈ ਦੇਖੋ ਇਹਨੂੰ ਮੈਂ ਪਹਿਲੀ ਵਾਰੀ ਮਿਲਿਆ, ਕੋਈ ਮੈਂ ਇਹਦੀ ਪ੍ਰਮੋਸ਼ਨ ਨਹੀਂ ਕਰ ਰਿਹਾ, ਪਰ ਗੱਲ ਇਸ ਕਿਸਾਨੀ ਦੀ ਕਰ ਰਿਹਾ। ਤੁਸੀਂ ਆਓ, ਨਾਲੇ ਤਾਂ ਇੱਥੇ ਹਾਲ ਚਾਲ ਪੁੱਛ ਕੇ ਜਾਓ। ਤੁਸੀਂ ਇਹਦੇ ਤੋਂ ਨਹੀਂ ਵੀ ਕੁਝ ਲੈਣਾ ਤਾਂ 2 ਟਾਈਮ ਇਹਨੂੰ ਆ ਕੇ ਸਿੰਪਥੀ ਜਤਾ ਕੇ ਜਾਓ ਕਿ ਅਸੀਂ ਤੇਰੇ ਨਾਲ ਆ। ਹਫ਼ਤਾ 10 ਦਿਨ ਇਹਦੇ ਕੋਲ ਆਓ, ਇਹਨਾਂ ਨੂੰ ਵੀ ਲੱਗੂਗਾ ਕਿ ਬਾਕੀ ਜਿਹੜੇ ਸਾਡੇ ਬਾਕੀ ਭਰਾ ਨੇ ਇਹਦੇ ਨਾਲ, ਜਿੰਨੇ ਵੀ ਵੀਰੇ ਸੁਣਨਗੇ, VR ਮਾਲ ਹੈ ਬਾਈ ਵੀਰੇ, ਤੁਸੀਂ ਆਪਦਾ ਟੈਗ USA ਇਸ ਸ਼ੋਰੂਮ ਦਾ ਨਾਂ ਦੱਸ ਦਿਓ, ਇੱਥੇ ਜ਼ਰੂਰ ਗੇੜਾ ਮਾਰਦੇ ਰਹਿਣ ਵੀਰ ਕੋਲੇ ਕਿ ਨਾ। ਇਹ ਇਸ ਕਰਕੇ ਕਿ ਇਹਨਾਂ ਨੂੰ ਇਹ ਮਾਲ ਵਾਲੇ ਤੰਗ ਪਰੇਸ਼ਾਨ ਨਾ ਕਰਨ। ਵੈਸੇ ਤਾਂ ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਇਹ ਤੰਗ ਪਰੇਸ਼ਾਨ ਨਹੀਂ ਕਰਨਗੇ, ਪਰ ਫਿਰ ਵੀ ਜੇ ਕਰਨਗੇ ਤਾਂ ਫਿਰ ਸਾਡੀ ਜਿਹੜੀ ਅਗਲੀ ਕਾਰਵਾਈ ਹੋਊਗੀ, ਇਹ ਮਾਲ ਚੱਲ ਨਹੀਂ ਸਕੂਗਾ ਉਹਨੂੰ। ਜਿਹੜਾ ਸਹਿਮਤੀ ਇਹਨਾਂ ਦੀ ਹੋ ਗਈ ਜਿਸ ਬਾਈ 8 ਮਹੀਨੇ ਹੋ ਗਏ ਦਿੱਲੀ ਦੇ ਬਰੂਹਾਂ ਤੇ ਕਿਸਾਨ ਬੈਠਾ ਆ। ਪਹਿਲਾਂ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਾੜ ਪਾਉਣ ਦੇ ਵੀ, ਕਿਸੇ ਕਦੇ ਗੁੰਡਾ ਕਹਿਤਾ, ਕਦੇ ਅੱਤਵਾਦੀ ਕਹਿਤਾ, ਜਾਂ ਕੋਈ ਹੋਰ ਗੱਲ ਕਹਿਤੀ, ਅੱਜ ਝੰਡਾ ਲਾ ਦਿੱਤਾ, ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਪਾੜ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ? ਬਾਈ ਜੀ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਦੀਆਂ, ਤੇ ਕੋਸ਼ਿਸ਼ਾਂ ਸਾਡੀ ਵੀ ਜਾਰੀ ਨੇ। ਸਾਡੀਆਂ ਕੋਸ਼ਿਸ਼ਾਂ ਤਾਂ ਇਹ ਨੇ ਕਿ ਸਾਡੀਆਂ ਹੁਣ ਤੱਕ ਤਕਰੀਬਨ 650 ਤੋਂ ਉੱਤੇ ਸ਼ਹਾਦਤਾਂ ਨੇ ਜਿਹੜੀਆਂ ਹੋ ਚੁੱਕੀਆਂ ਨੇ। ਇਦੋਂ ਵੱਡੀ ਕੋਸ਼ਿਸ਼ ਤਾਂ ਕੋਈ ਵੀ ਨਹੀਂ ਹੋ ਸਕਦੀ। ਜਿਹਦਾ ਜੀ ਦੁਨੀਆ ਤੋਂ ਚਲਾ ਗਿਆ, ਉਹ ਫਿਰ ਵੀ ਉੱਥੇ ਮਾਂ ਪਿਓ ਧੰਨ ਨੇ ਡਟੇ ਬੈਠੇ ਆ। ਤਾਂ ਇਹ ਜਿਹੜੀਆਂ ਕੋਝੀਆਂ ਚਾਲਾਂ ਸੈਂਟਰ ਦੀ ਸਰਕਾਰ ਕਰ ਰਹੀ ਹੈ ਕਿ ਝੰਡਾ ਨਹੀਂ ਲਾਉਣ ਦੇਣਾ, ਅਸੀਂ ਆਹ ਨਹੀਂ ਕਰਨ ਦੇਣਾ, ਇਹ ਪੰਜਾਬ ਦੀ ਧਰਤੀ ਹੈ, ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਫਿਰ ਵੀ ਆ ਜਿੰਨੇ ਕਿਸਾਨ ਭਰਾ ਖੜੇ ਆ, ਸਾਰੇ ਬੜੇ ਜਾਬਤੇ 'ਚ ਹੈ, ਬੜੇ ਪ੍ਰਸ਼ਾਸਨਿਕ ਤਰੀਕੇ ਨਾਲ, ਅਨੁਸ਼ਾਸਨਿਕ ਤਰੀਕੇ ਨਾਲ ਸਾਰਾ ਕੁਝ ਹੈਂਡਲ ਕਰ ਰਹੇ ਆ। ਪਰ ਆਪਣਾ ਰੋਸ ਵੀ ਹੈ ਜਿਹੜਾ, ਇਹ ਨਹੀਂ ਹੈਗਾ ਕਿ ਨਹੀਂ ਜ਼ਾਹਰ ਕਰ ਰਹੇ।
ਅਸੀਂ ਬੈਠੇ ਆ, ਅਸੀਂ ਬੈਠੇ ਰਹਾਂਗੇ। ਅਸੀਂ ਦਿੱਲੀ 8 ਮਹੀਨੇ ਹੋ ਗਏ ਤਾਂ ਸਾਡਾ ਪੰਜਾਬ ਹੈ, ਸਾਡਾ ਲੋਕਲ ਮੋਹਾਲੀ ਹੈ, ਇੱਥੇ ਤਾਂ ਦਿਨ ਪਰ ਰਾਤ ਹੀ ਬੈਠੇ ਰਹਾਂਗੇ ਅਸੀਂ। ਸੋ ਗਵਰਨਮੈਂਟ ਤੋਂ ਜਿੰਨਾ ਜ਼ੋਰ ਬਣਦਾ ਹੈ ਉਹ ਗਵਰਨਮੈਂਟ ਲਾ ਲਵੇ, ਜਿੰਨਾ ਸਾਡੇ ਤੋਂ ਲੱਗਦਾ ਹੈ ਉਹ ਅਸੀਂ ਲਾਵਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹਦੀ ਚਰਮ ਸੀਖਾ ਹੋਰ ਤੇ ਜਾਊਗੀ, ਉਹ ਕਰੜਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਸ ਬਾਜਵਾ ਨਾਰਾ ਵੀ ਲਾ ਦਿੱਤਾ ਹੈ ਜੀ। ਝੰਡਾ ਵੀ ਜਸ ਬਾਜਵਾ ਵੱਲੋਂ ਜਿਹੜਾ ਇੱਥੇ ਲਹਿਰਾਇਆ ਜਾਏਗਾ, ਵੱਡੀਆਂ ਗੱਲਾਂ ਕਹੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਸ ਬਾਜਵਾ ਵੱਲੋਂ ਜਿਹੜਾ ਝੰਡਾ ਚੜਾਇਆ ਜਾਏਗਾ। ਹੁਣ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਐਕਸਕਲੂਸਿਵ ਤਸਵੀਰਾਂ ਤੁਸੀਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਇਸ ਵਕਤ ਦੇਖ ਰਹੇ ਹੋ। ਝੰਡਾ ਜਿਹੜਾ ਜਸ ਬਾਜਵਾ ਵੱਲੋਂ ਚੜਾਇਆ ਜਾਏਗਾ। ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਸ ਬਾਜਵਾ ਨੇ ਜਿਹੜਾ ਝੰਡਾ ਚੜਾਤਾ ਹੈ। ਸੋ ਕਿਤੇ ਨਾ ਕਿਤੇ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਕਿਸਾਨੀ ਅੰਦੋਲਨ ਜਦੋਂ ਵੀ ਕਦੇ ਦਬਾਉਣ ਦੀ ਲੋੜ ਆਉਂਦੀ ਹੈ, ਵੀ ਜਦੋਂ ਦਬਾਉਂਦਾ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ, ਸੋ ਕਿਤੇ ਨਾ ਕਿਤੇ ਕੋਈ ਨਿਕਲ ਕੇ ਜ਼ਰੂਰ ਆਉਂਦਾ। ਤੁਸੀਂ ਦੇਖ ਸਕਦੇ ਹੋ ਜਸ ਬਾਜਵਾ ਨੂੰ ਸ਼ਮੂਲੀਅਤ ਕੀਤੀ ਗਈ ਹੈ। ਲਾਈਵ ਤਸਵੀਰਾਂ ਦੇਖਦੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਜਸ ਬਾਜਵਾ ਵੱਲੋਂ ਕਿਸਾਨੀ ਅੰਦੋਲਨ ਦਾ ਜਿਹੜਾ ਝੰਡਾ ਹੈ, ਸੰਯੁਕਤ ਮੋਰਚੇ ਦਾ ਆਈ ਸਪੋਰਟ ਫਾਰਮਰ ਜਿਹੜਾ ਲੈ ਕੇ ਝੰਡਾ ਚੜਾ ਦਿੱਤਾ ਗਿਆ ਹੈ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਰੋਜ਼ਾਨਾ ਸਪੋਕਸਮੈਨ ਟੀਵੀ ਤੇ। ਸੋ ਜਸ ਬਾਜਵਾ ਜੀ ਵੱਲੋਂ ਵੱਡੀਆਂ ਗੱਲਾਂ ਵੀ ਕਹੀਆਂ ਗਈਆਂ ਨੇ। ਅਗਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜੇ ਧੱਕਾ ਹੁੰਦਾ ਰਿਹਾ, ਕਿਸਾਨ ਜਿਵੇਂ ਪਹਿਲਾਂ ਏਕਾ ਕਰਕੇ ਤੁਰੇ ਫਿਰਦੇ ਨੇ ਉਵੇਂ ਏਕਾ ਕਰਕੇ ਇਸੇ ਤਰ੍ਹਾਂ ਅੱਗੇ ਆਉਣਗੇ। ਸੋ ਤੁਸੀਂ ਦੇਖ ਸਕਦੇ ਹੋ ਬਾਈ ਦੀ ਦੁਕਾਨ ਸੀ, ਜਸ ਬਾਜਵਾ ਵੱਲੋਂ ਇੱਥੇ ਸ਼ਮੂਲੀਅਤ ਕੀਤੀ ਗਈ ਹੈ, ਝੰਡਾ ਚੜਾ ਦਿੱਤਾ ਗਿਆ। ਸੋ ਤੁਹਾਡੀ ਕੀ ਸੋਚਣੀ ਹੈ? ਵੀ ਆਰ ਮਾਲ ਪੰਜਾਬ ਨੇ ਜਿਹੜਾ ਸਹੀ ਕੀਤਾ ਸੀ ਝੰਡਾ ਲਾ ਕੇ? ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਕੈਮਰੇ ਸਹਿਯੋਗ ਦੇ ਰਹੇ ਸੀ ਸੁਖਵਿੰਦਰ ਜੀ, ਧੰਨਵਾਦ।